ਕਹਿੰਦੇ ਵੀ ਯੂਐਸ ਨੇ 3 ਮੁਲਕਾਂ ਦੇ ਵਿੱਚ ਅੰਬੈਸੀਜ਼ ਬੰਦ ਕੀਤੀਆਂ ਹੋਈਆਂ ਆ ਆਪਣੀਆਂ ਤੇ ਅਮਰੀਕਨ ਲੋਕਾਂ ਨੂੰ ਇਹ ਕਿਹਾ ਆ ਵੀ ਇੱਥੋਂ ਨਿਕਲ ਜਾਓ ਮਿਡਲ ਈਸਟ ਚੋਂ। ਯੂਨਾਈਟਿਡ ਅਰਬ ਐਮੀਰੇਟਸ ਨੇ ਇਹ ਕਿਹਾ ਆ ਵੀ ਉਹਨਾਂ ਦਾ ਜਿਹੜਾ ਸੇਫ ਏਅਰ ਕੋਰੀਡੋਰਸ ਆ ਉਹ ਖੋਲ ਦਿੱਤੇ ਆ ਉਹਨਾਂ ਨੇ। ਸੋ ਉਹ ਉੱਥੋਂ ਬਹੁਤ ਸਾਰੇ ਲੋਕ ਜਿਹੜੇ ਆ ਬਾਹਰ ਨੂੰ ਫਲਾਈਟਸ ਦੇ ਰਾਹੀਂ ਭੱਜ ਰਹੇ ਹੈਗੇ ਆ। ਯੂਐਸ ਦੇ ਸੈਕਟਰੀ ਜਿਹੜੇ ਡਿਫੈਂਸ ਸੈਕਟਰੀ ਆ, ਸੈਕਟਰੀ ਆਫ ਵਾਰ ਹੈਕਸਥ, ਉਹਨਾਂ ਨੇ ਇਹ ਕਿਹਾ ਵੀ ਹਜੇ ਤਾਂ ਅਸੀਂ ਜੰਗ ਸ਼ੁਰੂ ਕਰਨੀ ਹੈਗੀ ਆ। ਕਹਿੰਦੇ ਵੀ ਵੀ ਵਿਲ ਸਟ੍ਰਾਈਕ ਡੀਪਰ ਇਨਟੂ ਈਰਾਨ। ਜਦੋਂ ਹੁਣ ਜਿਹੜੀ ਇਹ ਜੰਗ ਆ ਵੱਖ-ਵੱਖ ਰੀਜਨ 'ਚ ਵੱਧਦੀ ਜਾ ਰਹੀ ਆ। ਕਹਿੰਦੇ ਵੀ ਟਰਕੀ ਨੇ ਕਿਹਾ ਵੀ ਨਾਟੋ ਨੇ ਇੱਕ ਇਰਾਨੀਅਨ ਮਿਜ਼ਾਈਲ ਨੂੰ ਜਿਹੜਾ ਥੱਲੇ ਸਿੱਟ ਲਿਆ ਹੈਗਾ ਆ ਕਿਉਂਕਿ ਟਰਕੀ ਵੱਲ ਨੂੰ ਜਾ ਰਹੀ ਸੀ। ਸੋ ਇਹ ਜਿਹੜਾ ਕਨਫਲਿਕਟ ਆ ਵੱਧਦਾ ਜਾ ਰਿਹਾ। ਡੈਥ ਟੋਲ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆ ਵੀ 1000 ਤੋਂ ਵੱਧ ਲੋਕਾਂ ਦੀ ਆਲਰੇਡੀ ਹੋ ਚੁੱਕੀ ਹੈਗੀ ਆ ਤੇ 185 ਦੇ ਕਰੀਬ ਜਾਂ 200 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦੀ ਵੀ ਮੌਤ ਉੱਥੇ ਹੋ ਸਕਦੀ ਹੈਗੀ ਆ। ਤੇ ਵਾਈਟ ਹਾਊਸ ਡਿਫੈਂਸ ਐਗਜ਼ੀਕਿਊਟਿਵ ਦੀ ਗੱਲਬਾਤ ਕਰੂਗਾ ਕਿਸ ਹਿਸਾਬ ਦੇ ਨਾਲ ਜਿਹੜੀ ਵੈਪਨਸ ਆ ਉਹਨਾਂ ਦੀ ਪ੍ਰੋਡਕਸ਼ਨ ਤੇਜ਼ੀ ਦੇ ਨਾਲ ਵਧਾਈ ਜਾ ਸਕੇ। ਯੂਐਸ ਦੇ ਵਿੱਚ ਗੈਸ ਦੀਆਂ ਪ੍ਰਾਈਸਸ 9 ਸੈਂਟ ਹੋਰ ਗੈਲਨ ਵੱਧ ਗਈਆਂ। ਐਵਰੇਜ ਯੂਐਸ ਦੇ ਵਿੱਚ ਜਿਹੜੇ ਟ੍ਰਿਪਲ ਏ ਦੇ ਮੁਤਾਬਕ ਗੈਸ ਦੀ ਪ੍ਰਾਈਸ $3.19 ਹੋ ਗਈ ਹੈਗੀ ਆ। ਪਿਛਲੇ 2 ਦਿਨਾਂ 'ਚ 20 ਸੈਂਟ ਤੋਂ ਵੱਧ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਵੱਧ ਚੁੱਕੀ ਹੈਗੀ ਆ। ਇਹ ਮੈਂ ਯੂਐਸਏ ਦੀ ਗੱਲ ਦੱਸ ਰਿਹਾ। ਕੈਲੀਫੋਰਨੀਆ ਦੇ ਵਿੱਚ ਤਾਂ $5 ਦੇ ਲਾਗੇ ਜਿਹੜੀ ਗੈਸ ਆ ਉਹ ਪਹੁੰਚ ਚੁੱਕੀ ਹੈਗੀ ਆ। ਕਿਉਂਕਿ 20% ਦੁਨੀਆ ਦਾ ਤੇਲ ਜੇ ਉਹ ਸਟ੍ਰੇਟ ਆਫ ਹਾਰਮੁਜ਼ ਤੋਂ ਜਾਂਦਾ ਆ ਉੱਥੇ ਉਹ ਰੁਕਦੀ ਆ, ਉਹ ਨਹੀਂ ਲੰਘਣ ਦਿੰਦੇ ਜਾਂ ਉੱਥੇ ਕਿਸੇ ਤਰ੍ਹਾਂ ਦੇ ਨਾਲ ਬੰਬਾਰਡਮੈਂਟ ਹੁੰਦੀ ਹੈਗੀ ਆ ਤੇ ਇਹ ਬਹੁਤ ਵੱਡਾ ਅਸਰ ਜਿਹੜਾ ਆ ਪੂਰੀ ਦੁਨੀਆ ਦੇ ਮੁਲਕਾਂ ਦੇ ਉੱਤੇ ਪਊਗਾ। ਲੈਬਨਾਨ ਦੇ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਉਹ ਕੋਸ਼ਿਸ਼ ਕਰ ਰਿਹਾ ਕਿਉਂਕਿ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਉੱਤੇ ਵੀ ਹਮਲਾ ਸ਼ੁਰੂ ਕਰ ਦਿੱਤਾ ਹੋਇਆ ਹੈਗਾ ਆ। ਸੋ ਈਰਾਨ ਰਿਟੈਲੀਏਟਰੀ ਸਟ੍ਰਾਈਕਸ ਜੋ ਆ ਉਹ ਲਾਂਚ ਕਰ ਰਿਹਾ ਹੈਗਾ ਜਿੱਦਾਂ ਜਿੱਦਾਂ ਜਿਹੜਾ ਇਹ ਕਨਫਲਿਕਟ ਆ ਵੱਧਦਾ ਜਾ ਰਿਹਾ ਹੈਗਾ ਆ। ਹੋਮਲੈਂਡ ਸਿਕਿਉਰਿਟੀ ਦੀ ਚੀਫ ਨੇ ਕਿਸੇ ਤਰ੍ਹਾਂ ਦਾ ਈਰਾਨ ਦੇ ਬਾਬਤ ਕੋਈ ਮੈਂਸ਼ਨ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਜੋ ਕ੍ਰਿਸਟੀ ਨੋਏਮ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੈਂਸ਼ਨ ਨਹੀਂ ਕੀਤੀ ਗਈ ਹੈਗੀ। ਸੈਨੇਟਰ ਕੇਨ ਨੇ ਦੱਸਿਆ ਵੀ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਦੇ ਸ਼ੁਡ ਗੋ ਔਨ ਰੈਕਰਡ ਫॉर ਔਰ ਅਗੇਂਸਟ ਵਾਰ ਔਰ ਰਿਸਕ ਵਿਲੀ ਨੀਲੀ ਵਾਰਫੇਅਰ। ਵੀ ਤੁਹਾਨੂੰ ਜਾਂ ਤਾਂ ਹੱਕ 'ਚ ਆਉਣਾ ਚਾਹੀਦਾ ਜਾਂ ਅਗੇਂਸਟ, ਪਰ ਤੁਹਾਨੂੰ ਜਿਹੜੇ ਆਪਣੇ ਵਿਊ ਪੁਆਇੰਟ ਆ ਉਹ ਦੱਸਣੇ ਚਾਹੀਦੇ ਹੈਗੇ ਆ। ਸੋ ਇਹ ਜੋ ਜਿੰਨੀ ਕੁ ਅਪਡੇਟ ਹੈਗੀ ਆ ਯੂਰਪੀਅਨ ਲੀਡਰਸ ਜਿਹੜੇ ਆ ਬੜੀ ਫਾਈਨ ਲਾਈਨ ਦੇ ਉੱਤੇ ਚੱਲ ਰਹੇ ਹੈਗੇ ਆ। ਸੋ ਉਹ ਚਾਹੁੰਦੇ ਨਹੀਂ ਹੈ ਵੀ ਅਸੀਂ ਈਰਾਨ ਵਾਰ ਦੇ ਵਿੱਚ ਇਨਵੋਲਵ ਹੋ ਜਾਈਏ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇਜ਼ਰਾਈਲ ਦੀਆਂ ਏਅਰ ਸਟ੍ਰਾਈਕਸ ਦੇ ਨਾਲ 72 ਜਾਣਿਆਂ ਦੀ ਮੌਤ ਹੋਈ ਆ ਲੈਬਨਾਨ ਦੇ ਵਿੱਚ। ਉਹਨਾਂ ਦੀ ਲੈਬਨਾਨ ਦੀ ਹੈਲਥ ਮਿਨਿਸਟਰੀ ਨੇ ਇਹ ਦੱਸਿਆ ਆ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਰਿਕੁਐਸਟ ਕੀਤੀ, ਅਪੀਲ ਕੀਤੀ ਯੂਐਸ ਨੂੰ ਵੀ ਇੰਟਰਵੀਨ ਕਰੋ, ਵੀ ਇਹ ਜਿਹੜੀਆਂ ਹਮਲੇ ਕੀਤੇ ਜਾ ਰਹੇ ਆ ਲੈਬਨਾਨ ਦੀ ਟੈਰੀਟਰੀ ਦੇ ਉੱਤੇ ਇਜ਼ਰਾਈਲ ਦੇ ਦੁਆਰਾ, ਇਜ਼ਰਾਈਲ ਅਗਰੈਸ਼ਨ ਦੇ ਉਲਟ, ਵੀ ਉਸ ਨੂੰ ਜਿਹੜਾ ਆ ਉਹ ਰੋਕਿਆ ਜਾਵੇ। ਲੈਬਨਾਨ ਦੇ ਪ੍ਰੈਜ਼ੀਡੈਂਟ ਜੋਸਫ ਔਨ ਉਹਨਾਂ ਨੇ ਯੂਐਸ ਅੰਬੈਸਡਰ ਨੂੰ ਜੋ ਉਹਨਾਂ ਦੇ ਮੁਲਕ ਦੇ ਵਿੱਚ ਆ ਉਹਨਾਂ ਨੂੰ ਇਹ ਗੁਹਾਰ ਜਿਹੜੀ ਉਹ ਲਾਈ ਹੈਗੀ। ਮਾਈਕਲ ਐਸਾ ਹੈਗੇ ਨੇ ਯੂਐਸ ਦੇ ਅੰਬੈਸਡਰ ਜਾਰਡਨ ਨੂੰ। ਸੋ ਉਹਨਾਂ ਲੈਬਨਾਨ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਖਿਆ ਹੈਗਾ ਆ। ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਯੂਰਪ ਨੂੰ ਲੈ ਕੇ ਜਿਹੜੇ ਪੈਡਰੋ ਸੈਂਚੇਜ਼ ਆ ਜਿਨ੍ਹਾਂ ਨੇ ਨਾਂਹ ਕਰ ਦਿੱਤੀ ਸੀਗੀ ਵੀ ਅਮਰੀਕਾ ਸਾਡੇ ਵਰਤ ਨਹੀਂ ਸਕਦਾ ਅੱਡਿਆਂ ਨੂੰ ਆਪਣੇ ਈਰਾਨ ਦੇ ਉੱਤੇ ਹਮਲਿਆਂ ਦੇ ਲਈ, ਉਹਨਾਂ ਨੇ ਇੱਕ ਵਾਰੀ ਫਿਰ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨੇ ਤਾਂ ਕਿਹਾ ਸੀਗਾ ਵੀ ਅਸੀਂ ਟ੍ਰੇਡ ਹੀ ਸਾਰਾ ਬੰਦ ਕਰ ਦੇਣਾ ਆ। ਉਸ ਤੋਂ ਬਾਅਦ 'ਚ ਪੈਡਰੋ ਜਿਹੜੇ ਸੈਂਚੇਜ਼ ਉਹਨਾਂ ਨੇ ਡਬਲ ਡਾਊਨ ਕਰਦੇ ਹੋਏ ਕਿਹਾ ਵੀ ਦੈਟਸ ਓਕੇ, ਵੀ ਨੋ ਟੂ ਵਾਰ, ਵੀ ਅਸੀਂ ਜਿਹੜਾ ਵਾਰ ਦੇ ਬਿਲਕੁਲ ਉਲਟਾਂ, ਤੇ ਕਹਿੰਦੇ ਵੀ ਜਿਹੜਾ ਸਾਡਾ ਮੁਲਕ ਆ ਇਸ ਵੱਧ ਰਹੇ ਕੌਨਫਲਿਕਟ ਦੇ ਵਿੱਚ ਕੋਈ ਵੀ ਹਿੱਸਾ ਨਹੀਂ ਜਿਹੜਾ ਉਹ ਲਏਗਾ। ਤੇ ਕਹਿੰਦੇ ਵੀ ਜਸਟ ਬਿਕੋਜ਼ ਵੀ ਤੁਸੀਂ ਸਾਨੂੰ ਡਰਾ ਰਹੇ ਧਮਕਾ ਰਹੇ ਆ ਟ੍ਰੇਡ ਨੂੰ ਲੈ ਕੇ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਤੁਹਾਡਾ ਇਸ ਡਰ ਦੇ ਕਰਕੇ ਜਿਹੜਾ ਉਹ ਸਾਥ ਦੇਵਾਂਗੇ। ਸੋ ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਨੇ ਕਾਫੀ ਸਖਤ ਸਟੈਂਡ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਉਲਟ ਬਰਕਰਾਰ ਜਿਹੜਾ ਉਹ ਆਪਣਾ ਰੱਖ ਲਿਆ ਹੈਗਾ ਆ। ਉਧਰ ਈਰਾਨ ਨੇ ਧਮਕੀ ਦਿੱਤੀ ਆ ਇਜ਼ਰਾਈਲੀ ਅੰਬੈਸੀਜ਼ ਦੇ ਉਲਟ। ਕਹਿੰਦੇ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਇਜ਼ਰਾਈਲੀ ਅੰਬੈਸੀਜ਼ ਆ ਅਸੀਂ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਵਾਂਗੇ।
ਸੋ ਜਰਮਨੀ ਨੇ ਜਿਹੜਾ ਇਹ ਕਿਹਾ ਆ ਵੀ ਮਿਲਟਰੀ ਫੋਰਸ ਦੇ ਨਾਲ ਕੌਨਫਲਿਕਟ ਜਿਹੜੇ ਉਹ ਸਾਰੇ ਸੁਲਝਦੇ ਨਹੀਂ ਆ। ਜਰਮਨ ਜਿਹੜੇ ਡਿਫੈਂਸ ਮਿਨਿਸਟਰ ਬੋਰਿਸ ਪਿਸਟੋਰੀਅਸ ਉਹਨਾਂ ਨੇ ਕਿਹਾ ਵੀ ਇਹ ਇੱਕ ਭੁਲੇਖਾ ਹੀ ਹੁੰਦਾ ਵੀ ਕੌਨਫਲਿਕਟ ਦੇ ਨਾਲ ਤੁਸੀਂ ਜਿਹੜਾ ਇੱਕ ਯੂਨੀਲੈਟਰਲ ਐਕਸ਼ਨ ਕਰਕੇ ਮਸਲੇ ਜਿਹੜੇ ਉਹ ਸੁਲਝਾ ਸਕਦੇ ਹੈਗੇ ਆ। ਤੇ ਨਾਲ ਹੀ ਯੂਰਪੀਅਨ ਯੂਨੀਅਨ ਨੇ ਇਹ ਕਿਹਾ ਵੀ ਜਿਹੜਾ ਈਰਾਨ ਦੇ ਦੁਆਰਾ ਗਲਫ ਦੇ ਮੁਲਕਾਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਖਤਰਾ ਜਿਹੜਾ ਉਹ ਹੈਗਾ ਆ। ਸੋ ਇਹ ਇਸ ਟਾਈਮ ਇਹ ਆ ਵੀ ਅਮਰੀਕੀ ਲੋਕ ਇਸ ਗੱਲ ਤੋਂ ਕਨਫਿਊਜ਼ਡ ਨੇ। 80% ਅਮਰੀਕੀ ਇਸ ਵਾਰ ਦੇ ਜਿਹੜੇ ਉਹ ਉਲਟ ਨੇ, ਉਹ ਇਸ ਗੱਲ ਤੋਂ ਕਨਫਿਊਜ਼ਡ ਆ ਵੀ ਆਪਾਂ ਉੱਥੇ ਹਮਲਾ ਕੀਤਾ ਕਿਉਂ ਆ। ਵੀ ਕੀ ਇਜ਼ਰਾਈਲ ਪਹਿਲੋਂ ਹਮਲਾ ਕਰਨ ਲੱਗਾ ਸੀਗਾ ਜਿੱਦਾਂ ਮਾਰਕੋ ਰੂਬੀਓ ਨੇ ਕਿਹਾ ਕਿ ਜਿੱਦਾਂ ਟਰੰਪ ਨੇ ਕਿਹਾ ਵੀ ਈਰਾਨ ਪਹਿਲੋਂ ਹਮਲਾ ਕਰਨ ਲੱਗਾ ਸੀਗਾ, ਤੇ ਜਾਂ ਫਿਰ ਇਹ ਆ ਵੀ ਰਜੀਮ ਚੇਂਜ ਦੀ ਜਿਹੜੀ ਉਹ ਗੱਲ ਆ ਜਾਂ ਪ੍ਰੋਟੈਸਟਰਸ ਨੂੰ ਬਚਾਉਣਾ ਆ। ਤੇ ਇੱਕ ਜਿਹੜੀ ਚੀਜ਼ ਹੁਣ ਹੋਰ ਨਿਕਲ ਕੇ ਆ ਰਹੀ ਆ ਵੀ ਕਹਿੰਦੇ ਵੀ ਜਿਹੜੀ ਈਰਾਨ ਦੀ ਪੁਲਿਸ ਸਟੇਟ ਆ ਜੋ ਵੈਸਟਰਨ ਅਫੀਸ਼ੀਅਲਸ ਉਸ ਨੂੰ ਉਹ ਕਹਿੰਦੇ ਆ ਵੀ ਜਿਹੜੀ ਪੁਲਿਸ ਸਟੇਟ ਆ ਉਹ ਹੁਣ ਥਾਣਿਆਂ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜਾ ਇਜ਼ਰਾਈਲ ਦੇ ਦੁਆਰਾ ਹਮਲਾ ਕੀਤਾ ਜਾ ਰਿਹਾ ਆ। ਇਹ ਕਿਹਾ ਜਾ ਰਿਹਾ ਈਰਾਨ ਦੇ ਲੋਕਾਂ ਨੂੰ ਵੀ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਜਿਹੜਾ ਉਹ ਲੈ ਲਓ। ਸੋ ਦੇਖੋ ਵੀ ਇਹ ਸਿਚੁਏਸ਼ਨ ਕੀ ਵਾਕਿਆ ਹੀ ਰਜੀਮ ਚੇਂਜ ਉੱਥੇ ਹੋ ਸਕੇਗੀ। ਉਸ ਦਾ ਹਾਲ ਦੀ ਘੜੀ ਖਦਸ਼ਾ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਹੈਗਾ ਆ।